हाँ जी डियर स्टूडेंट्स, आज आप डिस्कस करांगे ट्रापेड डायोड। ट्रापेड डायोड ਜਿਹੜਾ ਹੈ ਇਹ ਇਟ ਇਜ਼ ਰਿਲੇਟਡ ਟੂ ਇੰਪੈਡ ਡਾਇਓਡ। ਇਹਨੂੰ ਆਪਾਂ ਇੰਪੈਡ ਡਾਇਓਡ ਤੋਂ ਹੀ ਡਰਾਈਵ ਕਰਦੇ ਹਾਂ। ਇਟ ਇਜ਼ ਬੇਸਿਕਲੀ ਅ ਪੀਐਨ ਜੰਕਸ਼ਨ ਡਾਇਓਡ characterized by the formation of trapped space charge plasma within the junction region, right? So ट्रापेड डायोड ਦੀ full form ਕੀ ਹੈ? trapped plasma avalanche triggered transit, right? ਇਹਨੂੰ ਡਿਸਕਵਰ ਕੀਤਾ ਸੀ ਪ੍ਰੈਜਰ ਨੇ ਇਨ 1967। ਇਸ ਦਾ ਜਿਹੜਾ ਪ੍ਰਿੰਸੀਪਲ ਆਪਰੇਸ਼ਨ ਹੈ ਉਹ ਪਲਾਜ਼ਮਾ ਐਵਲਾਂਚ ਹੈ, ਰਾਈਟ? ਐਵਲਾਂਚ ਆਪਾਂ ਨੂੰ ਪਤਾ ਹੈ, ਪਲਾਜ਼ਮਾ ਕੀ ਹੈ ਉਹ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ। ਟਰਾਪੇਡ ਜਿਹੜਾ ਹੈ ਇਹ ਦੋ ਡਿਫਰੈਂਟ ਸਟਰਕਚਰਸ ਦੇ ਵਿੱਚ ਅਵੇਲੇਬਲ ਹੁੰਦਾ ਹੈ। One is this n plus p, p plus, another is p plus n, n plus structure. n plus p, p plus structure ਨੂੰ prefer ਕਰਦੇ ਆ ਜਦੋਂ higher powers ਦੇ ਨਾਲ deal ਕਰਦੇ ਆ। So n plus ਆਪਾਂ ਨੂੰ ਪਤਾ ਹੈ heavily doped n region, heavily doped p region, ਤੇ ਇਸ ਕੇਸ ਚ center ਦੇ ਵਿੱਚ sandwich ਹੈ lightly doped p region, ਯਾਨੀ ਕਿ ਇੱਥੇ pn junction ਬਣੇਗਾ, right? ਇਹ ਜਿਹੜਾ middle ਵਾਲੀ layer ਹੈ it acts as a drift region, and ਇਸ ਵਾਲੇ structure ਦੇ ਵਿੱਚ p plus n, n plus, again heavily doped p region, heavily doped this n region, और center ਦੇ ਵਿੱਚ ਜਿਹੜੀ sandwich layer है it is relatively lightly doped n region, और ਜਿਹੜਾ middle वाली layer है it acts like a drift region, right? ट्रापेड ਜਿਹੜਾ ਹੈ instead of using a DC bias here, ਇਸਨੂੰ ਆਪਾਂ excite ਕਰਦੇ ਹਾਂ using a current pulse, okay? current pulse ਜਦੋਂ ਆਪਾਂ apply ਕਰਦੇ ਹਾਂ making this PN junction reverse bias, ਤਾਂ ਕੀ ਹੁੰਦਾ ਹੈ ਇਲੈਕਟ੍ਰਿਕ ਫੀਲਡ ਦੀ ਵੈਲਿਊ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਵਿੱਚ ਇਲੈਕਟ੍ਰਿਕ ਫੀਲਡ, ਕਿਉਂਕਿ ਇੱਥੇ ਆਪਣੇ ਕੋਲੇ PN ਜੰਕਸ਼ਨ ਹੈ ਤਾਂ PN ਜੰਕਸ਼ਨ ਆਪਾਂ ਨੂੰ ਪਤਾ ਹੈ ਕਿ ਇੱਥੇ ਇੱਕ ਪੋਟੈਂਸ਼ੀਅਲ ਡਿਵੈਲਪ ਹੋ ਜਾਂਦਾ ਹੈ। ਇਹ ਜਿਹੜਾ ਡਿਪਲੀਸ਼ਨ ਰੀਜਨ ਹੈ ਇਹ ਐਕਟ ਕਰਦਾ ਐਜ਼ ਅ ਪੈਰਲਲ ਪਲੇਟ ਕੈਪੈਸਿਟਰ ਵਿਦ ਸਮ ਮਟੀਰੀਅਲ ਇਨਸਾਈਡ, ਜਿਵੇਂ ਆਪਾਂ ਪੜ੍ਹਿਆ ਹੋਇਆ ਪਹਿਲਾਂ। ਸੋ ਇਹ ਜਿਹੜਾ ਡਿਪਲੀਸ਼ਨ ਰੀਜਨ ਦੇ ਵਿੱਚ ਜਿਹੜਾ ਇਹ ਪੈਰਲਲ ਪਲੇਟ ਕੈਪੈਸਿਟਰ ਦੀ ਤਰ੍ਹਾਂ ਬਿਹੇਵ ਕਰਦਾ ਹੈ। ਜਦੋਂ ਆਪਾਂ ਕਰੰਟ ਇਨਕਰੀਜ਼ ਹੁੰਦਾ ਹੈ ਤਾਂ ਇੱਥੇ ਇਲੈਕਟ੍ਰਿਕ ਫੀਲਡ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ, ਇਲੈਕਟ੍ਰਿਕ ਫੀਲਡ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। The moment that electric field increases some defined critical value, ਤਾਂ ਕੀ ਹੋ ਜਾਂਦਾ ਹੈ ਐਵਲਾਂਚ ਹੋ ਜਾਂਦਾ ਹੈ, ਐਵਲਾਂਚ ਮਲਟੀਪਲੀਕੇਸ਼ਨ ਹੋ ਜਾਂਦੀ, ਜਿਵੇਂ ਆਪਾਂ ਇੰਪੈਕਟ 'ਚ ਵੀ ਪੜ੍ਹਿਆ ਸੀ ਕਿ ਲਾਰਜ ਨੰਬਰ ਆਫ ਇਲੈਕਟ੍ਰੋਨ ਹੋਲ ਪੇਅਰਸ ਕ੍ਰੀਏਟ ਹੋ ਜਾਂਦੇ ਆ ਤੇ ਵਿੱਚ ਜਿਹੜੇ ਕਿ ਫਰਦਰ ਚਾਰਜ ਕੈਰੀਅਰਸ ਨੂੰ ਪ੍ਰੋਡਿਊਸ ਕਰਦੇ ਆ, ਐਵਲਾਂਚ ਹੋ ਜਾਂਦਾ ਹੈ। ਤਾਂ ਜਦੋਂ ਐਵਲਾਂਚ ਹੋ ਜਾਂਦਾ ਹੈ ਤਾਂ ਕਰੰਟ ਦੀ ਵੈਲਿਊ ਜਿਹੜੀ ਹੈ ਚਾਰਜ ਕੈਰੀਅਰਸ ਇਨਕਰੀਜ਼ ਹੋ ਜਾਂਦੇ ਹੈ, ਔਰ ਚਾਰਜ ਕੈਰੀਅਰਸ ਇਨਕਰੀਜ਼ ਹੋਣ ਕਰਕੇ ਉਸ ਰੀਜਨ ਦੇ ਵਿੱਚ ਫੀਲਡ ਦੀ ਵੈਲਿਊ ਡਿਕਰੀਜ਼ ਹੋ ਜਾਂਦੀ ਹੈ ਬਿਕੋਜ਼ ਆਫ ਦ ਫਾਰਮੇਸ਼ਨ ਆਫ ਲਾਰਜ ਨੰਬਰ ਆਫ ਇਲੈਕਟ੍ਰੋਨ ਹੋਲ ਪੇਅਰਸ, ਤੇ ਉਸ ਨੂੰ ਆਪਾਂ ਕੀ ਕਹਿੰਦੇ ਆ ਪਲਾਜ਼ਮਾ। ਸੋ ਪਲਾਜ਼ਮਾ ਇਜ਼ ਬੇਸਿਕਲੀ ਇਲੈਕਟ੍ਰੋਨ ਹੋਲ ਪੇਅਰਸ ਜਿਹੜੇ ਕ੍ਰੀਏਟ ਹੋ ਰਹੇ ਹੈ, ਜਿਹੜੇ ਕਿ ਹਾਲੇ ਸੈਪਰੇਟ ਨਹੀਂ ਹੋਏ ਇੱਕ ਦੂਸਰੇ ਤੋਂ, ਉਹਨਾਂ ਨੂੰ ਆਪਾਂ ਪਲਾਜ਼ਮਾ ਕਹਿੰਦੇ ਆ, ਰਾਈਟ? ਸੋ ਇਹਦੀ ਜਿਹੜੀ ਵਰਕਿੰਗ ਹੈ, ਇਸ ਦਾ ਜਿਹੜਾ ਆਪਰੇਸ਼ਨ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ, ਲੈਟ ਅਸ ਡਿਸਕਸ ਦੈਟ ਨਾਓ। ਹੁਣ ਇਹ ਲੈਟ ਅਸ ਕੰਸੀਡਰ ਦਿਸ ਸਟਰਕਚਰ ਆਫ ਟਰਾਪੇਡ ਡਾਇਓਡ, P plus N, N plus structure, ਇਹਨੂੰ ਆਪਾਂ ਐਕਸਾਈਟ ਕਰਾਂਗੇ ਯੂਜ਼ਿੰਗ ਦਿਸ ਕਰੰਟ ਪਲਸ, ਰਾਈਟ? ਸੋ ਦੈਟ ਇਹ ਜਿਹੜਾ ਜੰਕਸ਼ਨ ਹੈ ਇਟ ਬਿਕਮਸ ਰਿਵਰਸ ਬਾਇਸ। ਹੁਣ ਇਹਨੂੰ ਜਦੋਂ ਆਪਾਂ ਕਰੰਟ ਇਨਕਰੀਜ਼ ਕਰ ਦਿੱਤਾ ਜਾਂ ਇਹਨੂੰ ਜਦੋਂ ਆਪਾਂ ਐਕਸਾਈਟ ਕਰ ਦਿੱਤਾ ਕਰੰਟ ਪਲਸ ਨਾਲ, ਤਾਂ ਜਿਹੜਾ ਇਹ PN ਜੰਕਸ਼ਨ ਰੀਜਨ 'ਚ ਜਿਹੜਾ ਇਹ ਡਿਪਲੀਸ਼ਨ ਰੀਜਨ ਬਣੇਗਾ ਇੱਥੇ, ਇਹ ਡਿਪਲੀਸ਼ਨ ਰੀਜਨ ਬਿਹੇਵ ਕਰੇਗਾ ਐਜ਼ ਅ ਕੈਪੈਸਿਟਰ, ਰਾਈਟ? ਜਿਵੇਂ ਹੀ ਕਰੰਟ ਪਲਸ ਆਪਾਂ ਦਵਾਂਗੇ ਤਾਂ ਕੀ ਹੋਏਗਾ, ਇਸ ਪੈਰਲਲ ਪਲੇਟ ਕੈਪੈਸਿਟਰ ਦੀ ਚਾਰਜਿੰਗ ਸਟਾਰਟ ਹੋ ਜਾਏਗੀ, ਰਾਈਟ? ਸੋ ਚਾਰਜਿੰਗ ਸਟਾਰਟ ਹੋਣ ਦਾ ਮਤਲਬ ਕੀ ਹੈ ਕਿ ਜਿਹੜੀ ਵੋਲਟੇਜ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ, ਔਰ ਯੂ ਕੈਨ ਸੇ ਇਲੈਕਟ੍ਰਿਕ ਫੀਲਡ ਇਨਕਰੀਜ਼ ਹੋਣਾ ਸ਼ੁਰੂ ਹੋ ਜਾਏਗਾ। ਇਸ ਨਾਲ ਨਾਲ ਆਪਾਂ ਇਹਦੇ ਕਰੈਕਟਰਿਸਟਿਕਸ ਵੀ ਦੇਖੀਏ ਤਾਂ ਇਹ ਜਿਹੜਾ ਹੈ ਸਕੁਅਰ ਵੇਵ ਜਿਹੜੀ ਆਪਾਂ ਇਸ ਨੂੰ ਇਨਪੁਟ ਦੇ ਰਹੇ ਹਾਂ ਕਰੰਟ ਪਲਸ, ਦਿਸ ਇਜ਼ ਦ ਇਨਪੁਟ ਕਰੰਟ, ਰਾਈਟ? ਔਰ ਇਹ ਜਿਹੜਾ ਵੋਲਟੇਜ ਕਰੈਕਟਰਿਸਟਿਕਸ ਹੈ ਇਹ ਕਿਵੇਂ ਬਣ ਰਿਹਾ ਹੈ, ਇਹਨੂੰ ਆਪਾਂ ਇਹ ਆਊਟਪੁੱਟ ਕਰੈਕਟਰਿਸਟਿਕਸ ਹੈ। ਸੋ ਜਿਵੇਂ ਹੀ ਆਪਾਂ ਨੇ ਇਹ ਇਨਪੁਟ ਕਰੰਟ ਪਲਸ ਦਈ ਤਾਂ ਕੀ ਹੋਇਆ
ਕੈਪੈਸਿਟਰ ਦੀ ਚਾਰਜਿੰਗ ਸਟਾਰਟ ਹੋਗੀ। ਸੋ ਪਹਿਲਾ ਲੈਟ ਅਸ ਸੇ ਜਦੋਂ ਆਪਾਂ ਕੁਝ ਨਹੀਂ ਅਪਲਾਈ ਕੀਤਾ ਸੀ, ਜਦੋਂ ਉਸ ਟਾਈਮ ਦੇ ਉੱਤੇ ਇਸ ਦਾ ਵੋਲਟੇਜ ਅਗਰ A ਸੀ, ਤਾਂ ਹੁਣ ਕਰੰਟ ਪਲਸ ਦੇ ਆਉਣ ਨਾਲ ਇਸ ਦੀ ਚਾਰਜਿੰਗ ਸ਼ੁਰੂ ਹੋ ਗਈ, ਵੋਲਟੇਜ ਦੀ ਵੈਲਿਊ ਇਨਕਰੀਜ਼ ਹੋ ਗਈ ਅਪ ਟੂ ਅ ਮੈਕਸਿਮਮ ਵੈਲਿਊ B। ਸੋ ਜਿਹੜਾ AB ਰੀਜਨ ਹੈ ਇਟ ਰਿਪਰੈਜ਼ੈਂਟਸ ਦ ਚਾਰਜਿੰਗ ਆਫ ਦਿਸ ਪੈਰਲਲ ਪਲੇਟ ਕੈਪੈਸਿਟਰ, ਜਿਹੜਾ ਜੰਕਸ਼ਨ ਤੇ ਹੀ ਬਣ ਰਿਹਾ ਹੈ, ਰਾਈਟ। ਸੋ AB ਰਿਪਰੈਜ਼ੈਂਟਸ ਦਿਸ ਚਾਰਜਿੰਗ ਆਫ ਦ ਕੈਪੈਸਿਟਰ। ਜਿਵੇਂ ਹੀ ਵੋਲਟੇਜ B ਪੁਆਇੰਟ ਤੇ ਪਹੁੰਚੀ ਤਾਂ ਇਲੈਕਟ੍ਰਿਕ ਫੀਲਡ ਇਨਕਰੀਜ਼ ਹੋ ਗਿਆ, ਇਲੈਕਟ੍ਰਿਕ ਫੀਲਡ ਇਨਕਰੀਜ਼es दैट क्रिटिकल वैल्यू और एवलांच हो गया। एवलांच मतलब ਕੀ ਹੈ, ਲਾਰਜ ਨੰਬਰ ਆਫ ਇਲੈਕਟ੍ਰੋਨ ਹੋਲ ਪੇਅਰਸ ਕ੍ਰੀਏਟ ਹੋ ਗਏ, ਜਿਹਨੂੰ ਆਪਾਂ ਪਲਾਜ਼ਮਾ ਕਹਿੰਦੇ ਆ, ਔਰ ਵੀ ਕੈਨ ਸੇ ਪਲਾਜ਼ਮਾ ਇਜ਼ ਜਨਰੇਟਿਡ। ਜਦੋਂ ਪਲਾਜ਼ਮਾ ਜਨਰੇਟ ਹੋ ਗਿਆ ਤਾਂ ਕੀ ਹੋਏਗਾ, ਜਦੋਂ ਪਲਾਜ਼ਮਾ ਜਨਰੇਟ ਹੋ ਗਿਆ ਤਾਂ ਕੀ ਹੋ ਗਿਆ, ਹੁਣ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਹੈ ਉਹ ਡਿਕਰੀਜ਼ ਹੋ ਗਈ। ਇਲੈਕਟ੍ਰਿਕ ਫੀਲਡ ਡਿਕਰੀਜ਼ ਹੋਣ ਨਾਲ ਕੀ ਹੋਏਗਾ, ਵੋਲਟੇਜ ਡਿਕਰੀਜ਼ ਹੋ ਜਾਏਗੀ। ਇਸ ਕਰਕੇ ਜਿਹੜਾ ਇਹ BC ਰੀਜਨ ਹੈ ਇਹ ਰਿਪਰੈਜ਼ੈਂਟ ਕਰ ਰਿਹਾ ਦ ਫਾਰਮੇਸ਼ਨ ਆਫ ਪਲਾਜ਼ਮਾ। ਪਲਾਜ਼ਮਾ ਫਾਰਮ ਹੋ ਗਿਆ, ਯਾਨੀ ਕਿ ਇਲੈਕਟ੍ਰੋਨ ਹੋਲ ਪੇਅਰਸ ਕ੍ਰੀਏਟ ਹੋ ਗਏ, ਔਰ ਉਸ ਟਾਈਮ ਦੇ ਉੱਤੇ ਵੋਲਟੇਜ ਜਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਹੈ ਉਹ ਡਿਕਰੀਜ਼ ਹੋ ਗਈ, ਰਾਈਟ। ਬਟ ਸਟਿਲ ਕਿਉਂਕਿ ਕਰੰਟ ਜਿਹੜੀ ਪਲਸ ਆਪਾਂ ਅਪਲਾਈ ਕੀਤੀ ਹੋਈ ਹੈ ਸਟਿਲ ਹਾਈ ਹੈ, ਤਾਂ ਮੋਰ ਐਂਡ ਮੋਰ ਪਲਾਜ਼ਮਾ ਕ੍ਰੀਏਟ ਹੁੰਦੇ ਰਹਿਣਗੇ, ਔਰ ਇਲੈਕਟ੍ਰਿਕ ਫੀਲਡ ਜਾਂ ਵੋਲਟੇਜ ਦੀ ਵੈਲਿਊ ਇਹ ਡਿਕਰੀਜ਼ ਹੁੰਦੀ ਰਹੇਗੀ। ਸੋ ਜਿਹੜਾ CD ਰੀਜਨ ਹੈ, ਕਿਉਂਕਿ ਕਰੰਟ ਦੀ ਵੈਲਿਊ ਸਟਿਲ ਹਾਈ ਹੈ, ਇਸ ਕਰਕੇ plasma create ਹੁੰਦਾ ਰਹੇਗਾ और voltage keeps on decreasing up to this point D. Okay, so as the current is still high या current still flow कर रहा है तो more plasma is created and electric field keeps on decreasing और voltage keeps on decreasing, right? So क्योंकि electric field decrease हो गया, ਇਹ ਜਿਹੜਾ ਡਿਕਰੀਜ਼ਡ ਜਾਂ ਰਿਡਿਊਸਡ ਇਲੈਕਟ੍ਰਿਕ ਫੀਲਡ ਹੈ ਇਹ ਪਲਾਜ਼ਮਾ ਨੂੰ ਬਾਹਰ ਨਿਕਲਣ ਨਹੀਂ ਦੇਗਾ, ਇਸਨੇ ਪਲਾਜ਼ਮਾ ਨੂੰ ਅੰਦਰ ਰਿਟੇਨ ਕਰ ਲਿੱਤਾ, ਤੇ ਇਹਨੂੰ ਆਪਾਂ ਕਹਿੰਦੇ ਹਾਂ ਦਿਸ ਰਿਡਿਊਸਡ ਇਲੈਕਟ੍ਰਿਕ ਫੀਲਡ ਇਟ ਟ੍ਰੈਪਸ ਦ ਪਲਾਜ਼ਮਾ। ਸੋ ਹੁਣ ਪਲਾਜ਼ਮਾ ਜਿਹੜਾ ਹੈ ਉਸ ਦੇ ਅੰਦਰ ਪ੍ਰੋਡਿਊਸ ਹੋ ਗਿਆ ਤਾਂ ਇਲੈਕਟ੍ਰਿਕ ਫੀਲਡ ਡਿਕਰੀਜ਼ ਹੋ ਗਈ, ਤਾਂ ਉਸਨੇ ਪਲਾਜ਼ਮਾ ਨੂੰ ਜਾਂ ਜਿਹੜੇ ਇਲੈਕਟ੍ਰੋਨ ਹੋਲ ਪੇਅਰਸ ਹੈ ਉਹਨਾਂ ਨੂੰ ਆਪਣੇ ਅੰਦਰ ਹੀ ਉਸ ਰੀਜਨ ਦੇ ਅੰਦਰ ਹੀ ਰਿਟੇਨ ਕਰ ਲਿੱਤਾ, ਤਾਂ ਪਲਾਜ਼ਮਾ ਬਾਹਰ ਨਹੀਂ ਨਿਕਲ ਰਿਹਾ। Plasma cannot easily escape. That means it is retained or it is trapped in this region without being separated into electrons and holes. So इस region ਦੇ ਵਿੱਚ ਉਹ trap ਹੋ ਗਿਆ, ਹਜੇ ਉਹ electron hole pair separate ਨਹੀਂ ਹੋ ਰਹੇ because of this reduced electric field. So this mode is known as trapped plasma mode because of the decrease in the electric field. ਇਹ plasma ਹੁਣ ਉਸ ਦੇ ਅੰਦਰ trap ਹੋ ਗਿਆ and it will take time to get out of this region. So ਜਿਵੇਂ ਹੀ ਪਲਾਜ਼ਮਾ ਜਿਹੜਾ ਹੈ, ਜਿਵੇਂ ਹੀ ਵੋਲਟੇਜ D ਪੁਆਇੰਟ ਤੇ ਪਹੁੰਚੀ, ਯਾਨੀ ਕਿ ਵੋਲਟੇਜ ਡਿਕਰੀਜ਼ ਹੋ ਗਈ ਬਿਕੋਜ਼ ਆਫ ਦ ਪ੍ਰੋਡਕਸ਼ਨ ਆਫ ਦਿਸ ਪਲਾਜ਼ਮਾ, ਤਾਂ ਹੁਣ ਉਹ ਪਲਾਜ਼ਮਾ ਅੰਦਰ ਟ੍ਰੈਪ ਹੋ ਗਿਆ and it will take a long time. A long time is required to remove the plasma. Why? Because plasma charge is large compared to the ਚਾਰਜ ਪਰ ਯੂਨਿਟ ਟਾਈਮ ਇਨ ਦ ਐਕਸਟਰਨਲ ਸਰਕਿਟ। ਐਕਸਟਰਨਲ ਸਰਕਿਟ ਦੇ ਵਿੱਚ ਜਿੰਨਾ ਕਰੰਟ ਹੈ ਫਲੋ ਕਰ ਰਿਹਾ, ਉਸ ਤੋਂ ਬਹੁਤ ਜ਼ਿਆਦਾ ਚਾਰਜ ਅੰਦਰ ਪ੍ਰੋਡਿਊਸ ਹੋ ਚੁੱਕਿਆ ਹੈ, ਇਸ ਕਰਕੇ ਉਸ ਨੂੰ ਟਾਈਮ ਲੱਗੇਗਾ ਉਸ ਰੀਜਨ ਤੋਂ ਬਾਹਰ ਨਿਕਲਣ ਲਈ। ਸੋ ਇੱਥੋਂ ਤੱਕ ਆਪਾਂ ਕਿਹਾ ਕਿ ਪਲਾਜ਼ਮਾ ਟ੍ਰੈਪ ਹੋ ਗਿਆ। ਜਿਵੇਂ ਹੀ ਹੁਣ ਪਲਾਜ਼ਮਾ ਹੌਲੇ ਹੌਲੇ ਬਾਹਰ ਨਿਕਲਣਾ ਸਟਾਰਟ ਹੋ ਗਿਆ, ਤਾਂ ਇਹ ਜਿਹੜਾ ਰੀਜਨ ਹੈ D2E, ਦਿਸ ਇਜ਼ ਪਲਾਜ਼ਮਾ ਐਕਸਟ੍ਰੈਕਸ਼ਨ ਰੀਜਨ। ਸੋ ਇੱਥੇ ਪਲਾਜ਼ਮਾ ਐਕਸਟ੍ਰੈਕਟ ਯਾਨੀ ਕਿ ਉਸ ਰੀਜਨ ਤੋਂ ਬਾਹਰ ਨਿਕਲਣਾ ਸਟਾਰਟ ਹੋ ਗਿਆ, DE ਉਸ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਵੇਂ ਹੀ ਪਲਾਜ਼ਮਾ ਬਾਹਰ ਨਿਕਲਣਾ ਸ਼ੁਰੂ ਹੋ ਜਾਏਗਾ, ਹੌਲੇ ਹੌਲੇ ਵੋਲਟੇਜ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। E ਤੱਕ ਪਲਾਜ਼ਮਾ ਨਿਕਲ ਰਿਹਾ ਬਟ ਸਟਿਲ ਕੁਛ ਨਾ ਕੁਛ ਰੈਜ਼ੀਡੂਅਲ ਪਾਰਟ ਜਿਹੜਾ ਹੈ ਸਟਿਲ ਰੀਜਨ ਦੇ ਅੰਦਰ ਹੀ ਹੈ। ਸੋ E to F ਤੱਕ ਵੀ ਰੀਜਨ ਉਹੀ ਰਿਪਰੈਜ਼ੈਂਟ ਕਰ ਰਿਹਾ ਕਿ ਜਿਹੜਾ ਰੈਜ਼ੀਡੂਅਲ ਚਾਰਜ ਕੈਰੀਅਰਸ ਹੈ ਜਾਂ ਰੈਜ਼ੀਡੂਅਲ ਜਿਹੜਾ ਪਲਾਜ਼ਮਾ ਸੀ ਉਹ ਵੀ ਹੁਣ ਨਿਕਲ ਰਿਹਾ ਬਾਹਰ। ਜਿਵੇਂ ਜਿਵੇਂ ਪਲਾਜ਼ਮਾ ਬਾਹਰ ਨਿਕਲੀ ਜਾਏਗਾ ਵੋਲਟੇਜ ਜਿਹੜੀ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋਗੀ। ਬਾਏ ਦ ਟਾਈਮ ਵੀ ਰੀਚਿਸ ਪੁਆਇੰਟ F, ਸਾਰੇ ਦੇ ਸਾਰੇ ਜਿਹੜਾ ਪਲਾਜ਼ਮਾ ਹੈ, ਜਿਹੜਾ ਇੰਟਰਨਲੀ ਕ੍ਰੀਏਟਡ ਚਾਰਜ ਸੀਗਾ, ਉਹ ਸਾਰਾ ਬਾਹਰ ਨਿਕਲ ਚੁੱਕਾ ਹੈ। ਸੋ ਐਟ ਪੁਆਇੰਟ F all the internally generated charges are removed. ਸੋ F ਪੁਆਇੰਟ ਤੱਕ ਸਾਰੇ ਦੇ ਸਾਰੇ ਜਿਹੜਾ ਚਾਰਜ ਸੀ ਉਹ ਚਾਰਜ ਜਿਹੜੇ ਪ੍ਰੋਡਿਊਸ ਹੋਇਆ ਸੀ ਇੰਟਰਨਲੀ, ਜਿਹੜਾ ਹੁਣੇ ਬਿਕੋਜ਼ ਆਫ ਐਵਲਾਂਚ ਪ੍ਰੋਡਿਊਸ ਹੋਇਆ ਸੀ, ਉਹ ਸਾਰੇ ਰਿਮੂਵ ਹੋ ਗਏ, ਰਾਈਟ। ਔਰ F ਪੁਆਇੰਟ ਤੇ ਅਗਰ ਆਪਾਂ ਦੇਖੀਏ ਸਟਿਲ ਦ ਕਰੰਟ ਇਜ਼ ਹਾਈ, ਜਦੋਂ ਤੱਕ ਸਾਰੇ ਚਾਰਜ ਕੈਰੀਅਰਸ ਨਿਕਲ ਗਏ ਕਰੰਟ ਸਟਿਲ ਹਾਈ ਹੈ
ਇਸ ਕਰਕੇ ਅਗੇਨ ਕੈਪੈਸਿਟਰ ਦੀ ਚਾਰਜਿੰਗ ਸਟਾਰਟ ਹੋ ਜਾਏਗੀ, ਇਸ ਕਰਕੇ ਵੋਲਟੇਜ ਵੈਲਿਊ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ, ਰਾਈਟ, ਬਿਕੋਜ਼ ਦ ਕਰੰਟ ਇਜ਼ ਸਟਿਲ ਹਾਈ, ਸੋ ਇਸ ਦੀ ਚਾਰਜਿੰਗ ਸਟਾਰਟ ਹੋ ਜਾਏਗੀ ਅਪ ਟੂ ਦ ਪੁਆਇੰਟ G. So but so the same thing I have written here कि जिਵੇਂ because still current pulse is there, current is still high, therefore again diode ਦੀ ਜਿਹੜੀ ਹੈ, ਜਿਹੜਾ ਕੈਪੈਸਿਟਰ ਦੀ ਤਰ੍ਹਾਂ ਬਿਹੇਵ ਕਰ ਰਿਹਾ ਸੀ, ਉਸ ਦੀ ਚਾਰਜਿੰਗ ਸਟਾਰਟ ਹੋ ਜਾਏਗੀ ਫਰੋਮ F to G. ਜਿਵੇਂ ਹੀ G ਪੁਆਇੰਟ ਤੇ ਚਾਰਜਿੰਗ ਹੋ ਕੇ ਵੋਲਟੇਜ G ਪੁਆਇੰਟ ਤੇ ਪਹੁੰਚੇਗੀ, ਤਾਂ ਅਗਰ ਆਪਾਂ ਇਸ ਨੂੰ ਦੇਖੀਏ, ਜਿਵੇਂ ਹੀ G ਪੁਆਇੰਟ ਤੇ ਪਹੁੰਚੀ ਤਾਂ ਕੀ ਹੋ ਗਿਆ, ਕਰੰਟ ਹੁਣ ਬਿਲੋ ਹੋ ਗਿਆ, ਔਰ ਯੂ ਕੈਨ ਸੇ ਕਰੰਟ ਦੀ ਵੈਲਿਊ 0 ਹੋ ਗਈ, ਜਾਂ ਕਰੰਟ ਲੋਅਰ ਪੁਆਇੰਟ ਤੇ ਹੋ ਗਿਆ, ਰਾਈਟ, ਕਰੰਟ ਹੁਣ ਲੋ ਹੋ ਗਿਆ। ਜਦੋਂ ਕਰੰਟ ਲੋ ਹੋ ਗਿਆ, ਹੁਣ ਕੋਈ ਫਰਦਰ ਚਾਰਜਿੰਗ ਨਹੀਂ ਹੋਏਗੀ। ਅਗਰ ਫਰਦਰ ਚਾਰਜਿੰਗ ਨਹੀਂ ਹੋਏਗੀ ਤਾਂ ਵੋਲਟੇਜ ਜਿਹੜੀ ਹੈ ਉਹ ਕਨਸਟੈਂਟ ਰਹੇਗੀ ਡਿਊਰਿੰਗ ਦਿਸ ਹਾਫ ਆਫ ਦਿਸ ਸਾਈਕਲ। ਸੋ ਇਹ ਵਾਲੇ ਸਾਈਕਲ ਦੇ ਦੌਰਾਨ ਕਰੰਟ ਦੀ ਵੈਲਿਊ ਜਿਹੜੀ ਹੈ ਉਹ ਲੋ ਸੀ, ਇਸ ਕਰਕੇ ਵੋਲਟੇਜ ਵੀ ਇਨਕਰੀਜ਼ ਨਹੀਂ ਹੋਈ, ਵੋਲਟੇਜ ਵਿਲ ਰਿਮੇਨ ਕਨਸਟੈਂਟ ਅਪ ਟੂ ਦ ਪੁਆਇੰਟ A। ਇਸ ਪੁਆਇੰਟ A ਤੋਂ ਬਾਅਦ ਦੁਬਾਰਾ ਜਿਹੜਾ ਕਰੰਟ ਪਲਸ ਹੈ ਉਹ ਹਾਈ ਹੋ ਜਾਏਗਾ, ਇਸ ਤੋਂ ਬਾਅਦ ਕਰੰਟ ਪਲਸ ਦੀ ਵੈਲਿਊ ਅਗੇਨ ਹਾਈ ਹੋ ਜਾਏਗੀ, ਐਂਡ ਅਗੇਨ ਜਿਹੜੀ ਹੈ ਚਾਰਜਿੰਗ ਆਫ ਦ ਕੈਪੈਸਿਟਰ ਸਟਾਰਟ ਹੋ ਜਾਏਗੀ, ਜਿਵੇਂ ਆਪਣੀ ਇਸ ਵਾਲੇ ਕੇਸ 'ਚ ਹੋਏਗੀ। ਸੋ ਹੋਲ ਆਫ ਦ ਸਾਈਕਲ ਇਜ਼ ਗੋਇੰਗ ਟੂ repeat, right? So at point G, current becomes 0, so voltage remain constant for half period, say up to point A, and after point A again the cycle is going to repeat. That means the diode is going, the capacitor in the junction region, it's going to charge again, so उसकी दोबारा charging start हो जाएगी और whole of the cycle जो है वो repeat हो जाएगा, okay? So that's it in the working of ट्रापेड डायोड। ਇਸ ਦੀ ਐਡਵਾਂਟੇजेस ਦੀ ਅਗਰ ਆਪਾਂ ਗੱਲ ਕਰੀਏ ਤਾਂ it offers high efficiency as compared to impact। ਇਸ ਨੂੰ ਆਪਾਂ ਪਲਸ ਆਪਰੇਸ਼ਨਸ ਲਈ ਵੀ ਯੂਜ਼ ਕਰ ਸਕਦੇ ਹਾਂ, ਇਸ ਦੀ ਪਾਵਰ ਡਿਸਿਪੇਸ਼ਨ ਲੋ ਹੁੰਦੀ ਹੈ। ਡਿਸਐਡਵਾਂਟੇजेस ਕੀ ਹੈ, ਅਗੇਨ ਇਟ ਹੈਜ਼ ਵੈਰੀ ਹਾਈ ਨੋਇਜ਼ ਮੈਜਰ, ਔਰ ਇਹਨੂੰ ਆਪਾਂ 3 to 50 ਗੀਗਾਹਰਟਜ਼ ਤੱਕ ਹੀ ਯੂਜ਼ ਕਰ ਸਕਦੇ ਹਾਂ, ਰਾਈਟ। ਐਪਲੀਕੇਸ਼ਨਸ ਕੀ ਹੈ, ਇਹਨੂੰ ਆਪਾਂ ਮਾਈਕ੍ਰੋਵੇਵ ਸਿਸਟਮਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਇਟ ਕੈਨ ਬੀ ਯੂਜ਼ ਇਨ ਇੰਟਰਮੀਡੀਏਟ ਫ੍ਰੀਕੁਐਂਸੀ ਟਰਾਂਸਮਿਟਰ, ਇਹਨੂੰ ਆਪਾਂ ਰਡਾਰਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਔਰ ਇਹਨੂੰ ਆਪਾਂ ਲੈਂਡਿੰਗ ਸਿਸਟਮਸ ਦੇ ਵਿੱਚ ਯੂਜ਼ ਕਰ ਸਕਦੇ ਹਾਂ, right? So that's it in trapet diode.